स्टार्ट। महाराजा रणजीत सिंह दे बरसे ते सिखां यात्रुआं दे जथे नाल 1979 विच जद मैं पहली बार लाहौर गया सां डंडी, उदों बड़े ही नवे तजरबे लैके मुड़िया सां डंडी। उस वक्त दियां यादां ने अजे तक दिल दा वेड़ा भरिया होया है डंडी। उदों मैं कुवारा सां अते इकल्ला ही उत्थे गया सां डंडी। शाही किला, बादशाही मस्जिद ते मीनार ए पाकिस्तान दे नज़दीक स्थित गुरुद्वारा डेरा साहब दे वेड़े विच ही महाराजा रणजीत सिंह दी समाध है डंडी। जथे दे ठहरन दा प्रबंध गुरुद्वारा डेरा साहब विच ही सी डंडी। मेरा जन्म 1947 वाले रौलियां वंड तो बाद दा है डंडी। मुल्क दे वंड वेले पाकिस्तान रह गई विछड़ी हुई अपनी सकी भूआ जस्सी नूं पहली बार मिलन दा मौका मिलिया सी मैनू उस गेड़े दौरान डंडी। मेरी ये फेरी बस इतिहास बन गई सी डंडी। मोह भिजे जज्बात नाल भूआ वल्लों तोहफे वजों दिते खेस दियां डब्बियां जो गलेडुआं नाल सिलियां हो गईयां सन, कदी नहीं भुलदियां डंडी। इस बेहद नेड़ले खून दे रिश्ते नूं मिल के बड़ियां भावनावां अते वलवले जाग उठे सन डंडी। इस गेड़े तो ही डब्बियां वाले खेस वर्तक दा जन्म होया सी डंडी। इसे गेड़े दौरान ही लाहौर दे फिरोजपुर रोड दे इछरा इलाके दा माजिद बुखारी मिलिया सी। ओदी मिलनी तो मसरत नां दी कहानी अते बाद विच फिल्म एक थी मसरत बनाउण दा सबब बनिया डंडी। ये गल्लां हुण जिंदगी दा हिस्सा बन गईयां सन, भुलाया भी नहीं सन भुल सकदियां डंडी पैरा। ते कुड़ियां वाला ए परस मैं लाहौर दे अनारकली बाज़ार तो ये सोच के खरीदा सी कि अगले साल भाव 1980 विच मेरी शादी होनी है। नवी विआही नूं लाहौर दा तोहफा देंगा डंडी। लैदर दे बने इस बैग उत्ते रुख दियां टाणियां ते बैठे मोर अते मोरनी दी तस्वीर मेरे दिल नूं पा गई सी डंडी। लैंदे पंजाब वाले चढ़दे पंजाब वालियां नाल बहुत मुहब्बत अते खलूस वाले मेहमान नवाज वांग पेश आउंदे सन डंडी। सो दुकानदार ने बेहद उमदा ढंग नाल मैनू खुश आमदीद कहा, पानी धानी पियाया। इज्जत मान करदियां उहने मेरे कोलों मुनाफा भी नहीं सी खट्टिया, भाव उदों दे हिसाब नाल बैग काफ़ी सस्ता मिल गया सी डंडी। विआह विच पत्नी नूं दोहां पासियां दे मापियां अते रिश्तेदारां वल्लों कई बैग तोहफे वजों मिल गए सन ते इत्तेफाक ही समझो कि अनारकली बाज़ार वाला ये परस अलमारियां विच ही बंद रहा डंडी। इस दौरान असी कई घर बदले ते फिर भुला भी गए कि साडे
ਕੋਲ ਅਨਾਰਕਲੀ ਬਾਜ਼ਾਰ ਲਾਹੌਰ ਤੋਂ ਖਰੀਦਿਆ ਹੋਇਆ ਮੋਰ ਤੇ ਮੋਰਨੀ ਦੀ ਤਸਵੀਰ ਵਾਲਾ ਨਵਾਂ ਨਕੋਰ ਪੈਕ ਕੀਤਾ ਪਰਸ ਵੀ ਪਿਆ ਹੋਇਆ ਹੈ ਡੰਡੀ। ਪੁੱਤਰ ਦੇ ਵਿਆਹ ਵੇਲੇ ਇਹ ਬੈਗ ਅਚਾਨਕ ਇੱਕ ਅਲਮਾਰੀ ਵਿਚਲੇ ਸਮਾਨ ਵਿੱਚੋਂ ਲੱਭ ਗਿਆ ਡੰਡੀ। ਇਹ ਪਰਸ ਹੁਣ ਅਸੀਂ ਆਪਣੀ ਨੂੰਹ ਦੇ ਸਪੁਰਦ ਕਰ ਦਿੱਤਾ ਡੰਡੀ। ਉਹ ਹੁਣ ਡਿਊਟੀ ਜਾਣ ਵੇਲੇ ਇਹਨੂੰ ਆਪਣੇ ਨਾਲ ਲੈ ਕੇ ਜਾਂਦੀ ਹੈ ਤਾਂ ਬੜਾ ਫਖਰ ਮਹਿਸੂਸ ਕਰਦੀ ਹੈ ਕਿ ਉਹਦੇ ਕੋਲ ਪਿਛਲੀ ਸਦੀ ਵਿੱਚ ਅਨਾਰਕਲੀ ਬਾਜ਼ਾਰ ਲਾਹੌਰ ਤੋਂ ਖਰੀਦਿਆ ਮੋਰ ਮੋਰਨੀ ਦੀ ਸੋਹਣੀ ਫੋਟੋ ਵਾਲਾ ਅਸਲੀ ਲੈਦਰ ਦਾ ਬੈਗ ਹੈ ਡੰਡੀ। ਮੈਨੂੰ ਜਾਪਿਆ ਦੋਹਾਂ ਪੰਜਾਬਾਂ ਦੀ ਮੁਹੱਬਤ ਸਫ਼ਰ 'ਤੇ ਨਿਕਲ ਤੁਰੀ ਹੈ ਡੰਡੀ। ਆਜ਼ਾਦੀ ਪਿੱਛੋਂ ਅੰਗਰੇਜ਼ੀ ਦੀ ਥਾਂ 'ਤੇ ਹਿੰਦੀ ਅਤੇ ਖੇਤਰੀ ਭਾਸ਼ਾਵਾਂ ਨੂੰ ਅਣਮੰਨੇ ਢੰਗ ਨਾਲ ਪ੍ਰਫੁੱਲਤ ਕਰਨ ਲਈ ਯਤਨ ਅਤੇ ਯੋਜਨਾਵਾਂ ਨੂੰ ਪੇਸ਼ ਕੀਤਾ ਜਾਂਦਾ ਹੈ ਡੰਡੀ। ਇਹਨਾਂ ਯਤਨਾਂ ਦਾ ਕਈ ਹਾਲਤਾਂ ਵਿੱਚ ਸ਼ਲਾਘਾਯੋਗ ਲਾਭ ਵੀ ਹੋ ਜਾਂਦਾ ਹੈ ਜਦੋਂ ਇਹਨਾਂ ਯੋਜਨਾਵਾਂ ਨੂੰ ਅਮਲੀ ਰੂਪ ਦੇਣ ਵਾਲੇ ਅਧਿਕਾਰੀ ਖੇਤਰੀ ਭਾਸ਼ਾਵਾਂ ਦਾ ਪ੍ਰਤੀਬੱਧ ਹੋਣ ਡੰਡੀ। ਇਸੇ ਕਾਰਨ ਹੀ ਸਮੁੱਚੀ ਸਥਿਤੀ ਜੇਕਰ ਸ਼ਲਾਘਾਯੋਗ ਨਹੀਂ ਤਾਂ ਸੰਤੋਸ਼ਜਨਕ ਜ਼ਰੂਰ ਹੈ ਡੰਡੀ। ਖੇਤਰੀ ਭਾਸ਼ਾਵਾਂ ਨੂੰ ਉੱਚ ਪੱਧਰ 'ਤੇ ਸਿੱਖਿਆ ਦੇਣ ਦਾ ਮਾਧਿਅਮ ਬਣਾਉਣ ਲਈ ਕੇਂਦਰੀ ਸਰਕਾਰ ਵੱਲੋਂ ਹਰ ਭਾਸ਼ਾ ਨਾਲ ਸੰਬੰਧਿਤ ਹਰ ਪ੍ਰਾਂਤ ਵਿੱਚ ਇੱਕ ਕੇਂਦਰ ਸਥਾਪਿਤ ਕੀਤਾ ਗਿਆ ਜਿਸ ਦਾ ਮਨੋਰਥ ਮਾਧਿਅਮ ਪਰਿਵਰਤਨ ਲਈ ਲੋੜੀਂਦੀਆਂ ਪਾਠ ਪੁਸਤਕਾਂ ਤਿਆਰ ਕਰਨਾ ਸੀ ਡੰਡੀ। ਇਸ ਮੰਤਵ ਦੀ ਪੂਰਤੀ ਲਈ ਪੰਜਾਬੀ ਵਿੱਚ ਪੁਸਤਕਾਂ ਤਿਆਰ ਕਰਨ ਲਈ ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਬੁੱਕ ਬੋਰਡ ਹੋਂਦ ਵਿੱਚ ਆਇਆ ਜਿਸ ਨੇ ਪਿਛਲੇ 15 ਸਾਲਾਂ ਦੇ ਸਮੇਂ ਵਿੱਚ ਕਈ ਪ੍ਰਕਾਰ ਦੀਆਂ ਮਹੱਤਵਪੂਰਨ ਪੁਸਤਕਾਂ ਪ੍ਰਕਾਸ਼ਿਤ ਕੀਤੀਆਂ ਡੰਡੀ। ਪਾਰਾ ਉਪਰੋਕਤ ਮੰਤਵ ਦੀ ਪੂਰਤੀ ਲਈ ਅਤੇ ਮਾਧਿਅਮ ਪਰਿਵਰਤਨ ਦੇ ਕੰਮ ਨੂੰ ਤੇਜ਼ੀ ਨਾਲ ਅਮਲ ਵਿੱਚ ਲਿਆਉਣ ਲਈ ਟੈਕਸਟ ਬੁੱਕ ਬੋਰਡ ਵੱਲੋਂ ਵੱਡੇ ਪੈਮਾਨੇ 'ਤੇ ਤਿਆਰੀਆਂ ਕੀਤੀਆਂ ਗਈਆਂ ਹਨ ਅਤੇ ਭਿੰਨ ਭਿੰਨ ਵਿਸ਼ਿਆਂ ਨਾਲ ਸੰਬੰਧਿਤ ਪੁਸਤਕਾਂ ਦੀ ਲੋੜ ਪੂਰੀ ਕਰਨ ਲਈ ਇੱਕਦਮ ਤਿਆਰ ਕਰਨ ਦਾ ਕਾਰਜ ਕੀਤਾ ਹੈ ਡੰਡੀ। ਇਸ ਸਿਲਸਿਲੇ ਵਿੱਚ ਪਹਿਲੇ ਪੜਾਅ 'ਤੇ ਸਿੱਖਿਆ ਨਾਲ ਸੰਬੰਧਿਤ ਬੀ.ਐਡ ਜਮਾਤਾਂ ਲਈ ਲੋੜੀਂਦੀ ਸਮੱਗਰੀ ਨੂੰ 15 ਛੋਟੀਆਂ ਪੁਸਤਕਾਂ ਦੇ ਰੂਪ ਵਿੱਚ ਪੇਸ਼ ਕਰਨ ਦਾ ਯਤਨ ਕੀਤਾ ਹੈ ਜਿਨ੍ਹਾਂ ਵਿੱਚੋਂ 9 ਪੁਸਤਕਾਂ ਤਿਆਰ ਹੋ ਕੇ ਵਿਦਿਆਰਥੀਆਂ ਕੋਲ ਪੁੱਜ ਚੁੱਕੀਆਂ ਹਨ ਡੰਡੀ। ਇਹਨਾਂ ਪੁਸਤਕਾਂ ਵਿੱਚ ਮੁੱਖ ਸਮੱਸਿਆ ਬਾਲਗ ਵਿੱਦਿਆ ਰਾਸ਼ਟਰੀ ਵਿਦਿਅਕ ਨੀਤੀ ਆਬਾਦੀ ਸਿੱਖਿਆ ਕਿਸ਼ੋਰ ਸਿੱਖਿਆ ਦੇ ਸੂਖਮ ਅਧਿਆਪਨ ਭਾਰਤੀ ਸਿੱਖਿਆ ਦੇ ਸੰਵਿਧਾਨਕ ਸੂਤਰ ਧਾਰਮਿਕ ਤੇ ਨੈਤਿਕ ਸਿੱਖਿਆ ਵਿਸ਼ੇਸ਼ ਤੌਰ 'ਤੇ ਵਰਣਨਯੋਗ ਹੈ ਡੰਡੀ। ਇਹਨਾਂ ਪੁਸਤਕਾਂ ਦੀ ਪ੍ਰਕਾਸ਼ਨਾਂ ਵਿੱਚ ਟੈਕਸਟ ਬੁੱਕ ਬੋਰਡ ਦੀ ਇਹ ਪ੍ਰਾਪਤੀ ਹੈ ਕਿ ਇਹਨਾਂ ਦੇ ਲੇਖਕ ਪੰਜਾਬੀ ਦੇ ਪ੍ਰਮੁੱਖ ਸਿੱਖਿਆ ਸ਼ਾਸਤਰੀ ਹਨ ਜਿਨ੍ਹਾਂ ਵਿੱਚ ਡਾਕਟਰ ਸਫਾਇਆ ਡਾਕਟਰ ਟੀ.ਆਰ. ਸ਼ਰਮਾ ਡਾਕਟਰ ਦੁੱਗਲ ਡਾਕਟਰ ਵਿਜ ਅਤੇ ਡਾਕਟਰ ਇੰਦਰਪਾਲ ਸਿੰਘ ਆਦਿ ਵਿਸ਼ੇਸ਼ ਤੌਰ 'ਤੇ ਵਰਣਨਯੋਗ ਹਨ ਡੰਡੀ। ਇਹਨਾਂ ਪੁਸਤਕਾਂ ਵਿੱਚ ਲੇਖਕਾਂ ਨੇ ਲੋੜੀਂਦੀ ਸਮੱਗਰੀ ਨੂੰ ਹੀ ਪੰਜਾਬੀ ਭਾਸ਼ਾ ਦੇ ਮਾਧਿਅਮ ਰਾਹੀਂ ਸਮਝਣਯੋਗ ਬਣਾਉਣ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਪ੍ਰਾਪਤ ਸਮੱਗਰੀ ਦੀ ਘਾਟ ਅਤੇ ਪ੍ਰਮਾਣਿਕਤਾ ਵਾਲੇ ਪੱਖਾਂ ਤੋਂ ਯੋਗਦਾਨ ਪਾਇਆ ਹੈ ਡੰਡੀ। ਇਸੇ ਪ੍ਰਕਾਰ ਇਹਨਾਂ ਵਿਦਵਾਨਾਂ
ਦੇ ਸਹਿਯੋਗ ਨਾਲ ਸਿੱਖਿਆ ਦੇ ਖੇਤਰ ਵਿੱਚ ਇਸ ਪ੍ਰਕਾਰ ਦੀਆਂ ਪੁਸਤਕਾਂ ਦੀ ਪ੍ਰਕਾਸ਼ਨਾ ਜਿੱਥੇ ਸਵਾਗਤ ਦੀ ਭਾਗੀ ਹੈ, ਉੱਥੇ ਡਾਇਰੈਕਟਰ ਸਾਹਿਬ ਸਾਡੀ ਵਧਾਈ ਦੇ ਹੱਕਦਾਰ ਹਨ। ਡੰਡੀ। ਆਸ ਹੈ ਕਿ ਬੋਰਡ ਵੱਲੋਂ ਇਸ ਪ੍ਰਕਾਰ ਦੀਆਂ ਇਸ ਪੱਧਰ ਦੀਆਂ ਹੋਰ ਵਿਸ਼ਿਆਂ ਨਾਲ ਸੰਬੰਧਿਤ ਪੁਸਤਕਾਂ ਨੂੰ ਵੀ ਪ੍ਰਕਾਸ਼ਿਤ ਕਰਨ ਲਈ ਅਮਲੀ ਕਦਮ ਪੁੱਟਿਆ ਜਾਵੇਗਾ ਅਤੇ ਪ੍ਰਮਾਣਿਤ ਪੁਸਤਕਾਂ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ। ਡੰਡੀ। ਨਰਿੰਦਰ ਮੋਦੀ ਸਰਕਾਰ ਨੂੰ ਹੋਣੀ ਨੇ ਉਸ ਦੀ ਇੱਕ ਹੋਰ ਵਰ੍ਹੇਗੰਢ ਦਾ ਜਸ਼ਨ ਮਨਾਉਣ ਦਾ ਮੌਕਾ ਨਹੀਂ ਦਿੱਤਾ। ਡੰਡੀ। ਪਿਛਲੇ ਸਾਲ 30 ਮਈ ਨੂੰ ਜਦੋਂ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਦੂਜੇ ਕਾਰਜਕਾਲ ਦਾ ਪਹਿਲਾ ਸਾਲ ਪੂਰਾ ਕੀਤਾ ਸੀ ਤਾਂ ਉਸ ਵੇਲੇ ਮੁਲਕ ਕੋਵਿਡ-19 ਮਹਾਮਾਰੀ ਦੀ ਪਹਿਲੀ ਲਹਿਰ ਦਾ ਸਾਹਮਣਾ ਕਰ ਰਿਹਾ ਸੀ। ਡੰਡੀ। ਲੰਮਾ ਸਮਾਂ ਚੱਲਣ ਵਾਲੇ ਮੁਲਕ ਵਿਆਪੀ ਲਾਕਡਾਊਨ ਦੇ ਐਲਾਨ ਤੋਂ ਬਾਅਦ ਇਸ ਵਿਪਤਾ ਦਾ ਇਹ ਅਣਕਿਆਸਿਆ ਤੇ ਅਣਚਾਹਿਆ ਅਸਰ ਹੀ ਸੀ ਜਿਸ ਨੇ ਰਸਮੀ ਅਤੇ ਮਾਤਹਿਤ ਅਰਥਚਾਰਿਆਂ ਦਾ ਚੱਕਾ ਚੱਲਦਾ ਰੱਖਣ ਵਾਲੇ ਮਿਹਨਤਕਸ਼ ਮਜ਼ਦੂਰਾਂ ਤੋਂ ਸ਼ਹਿਰਾਂ ਦੇ ਸ਼ਹਿਰ ਖਾਲੀ ਕਰਵਾ ਦਿੱਤੇ ਸਨ। ਡੰਡੀ। ਔਖੇ ਸੌਖੇ ਇੱਕ ਸਾਲ ਲੰਘ ਗਿਆ ਜਿਸ ਕਰਕੇ ਸਰਕਾਰ ਅੰਦਰ ਇਹ ਉਤਸ਼ਾਹ ਅਤੇ ਕੁਝ ਢਿੱਲ ਮੱਠ ਦਾ ਮਾਹੌਲ ਪੈਦਾ ਹੋ ਗਿਆ। ਸਿੱਟੇ ਵਜੋਂ ਵੱਡੀ ਵਿਪਤਾ ਸਾਹਮਣੇ ਆ ਗਈ ਜਿਸ ਦੇ ਥੰਮਣ ਦੇ ਹਾਲੇ ਕੋਈ ਆਸਾਰ ਨਜ਼ਰ ਨਹੀਂ ਆ ਰਹੇ। ਡੰਡੀ। ਮਾਹਿਰ ਤੀਜੀ ਲਹਿਰ ਆਉਣ ਦੀਆਂ ਚੇਤਾਵਨੀਆਂ ਦੇ ਰਹੇ ਹਨ ਜੋ ਹੋਰ ਜ਼ਿਆਦਾ ਘਾਤਕ ਸਾਬਤ ਹੋ ਸਕਦੀਆਂ ਹਨ। ਡੰਡੀ। ਭਾਜਪਾ ਦੇ ਵਡੇਰੇ ਭਾਈਚਾਰਕ ਕੁਨਬੇ ਲਈ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਪਹਿਲਾ ਸਾਲ ਵਧੀਆ ਗੁਜ਼ਰਿਆ ਸੀ। ਹਾਲਾਂਕਿ ਦਿੱਲੀ, ਝਾਰਖੰਡ ਅਤੇ ਮਹਾਰਾਸ਼ਟਰ ਵਿੱਚ ਇਸ ਚੁਣਾਵੀ ਝਟਕੇ ਲੱਗੇ ਸਨ ਪਰ ਪਾਰਟੀ ਹਰਿਆਣਾ ਅਤੇ ਬਿਹਾਰ ਵਿੱਚ ਕਿਵੇਂ ਨਾ ਕਿਵੇਂ ਕੁਲੀਸ਼ਨ ਸਰਕਾਰਾਂ ਬਣਾਉਣ ਵਿੱਚ ਕਾਮਯਾਬ ਰਹੀ ਸੀ। ਡੰਡੀ। ਇੱਕ ਗੱਲ ਮੰਨਣੀ ਪੈਣੀ ਹੈ ਕਿ ਪਹਿਲਾਂ ਕਿਸੇ ਵੀ ਸਮੇਂ ਨਾਲੋਂ ਚੋਣ ਨਤੀਜੇ ਬਹੁਤ ਜ਼ਿਆਦਾ ਹੱਦ ਤੱਕ ਮੋਦੀ ਅਤੇ ਭਾਜਪਾ ਦੀ ਲੋਕਪ੍ਰਿਯਤਾ ਦਾ ਸੂਚਕ ਅੰਕ ਬਣ ਗਏ ਹਨ। ਡੰਡੀ। ਭਾਜਪਾ ਦੇ ਪਹਿਲੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਹਾਰ ਨੂੰ ਹੌਸਲੇ ਨਾਲ ਸਵੀਕਾਰ ਕਰਦੇ ਸਨ ਅਤੇ ਸਰਕਾਰ ਦਾ ਕੰਮਕਾਜ ਚਲਾਉਣ ਵੇਲੇ ਤਵਾਜ਼ਨ ਬਣਾ ਕੇ ਰੱਖਦੇ ਸਨ ਪਰ ਹੁਣ ਜਾਪਦਾ ਹੈ ਕਿ ਪਾਰਟੀ ਲਈ ਪੱਛਮੀ ਬੰਗਾਲ ਵਿੱਚ ਹੋਈ ਹਾਰ ਨੂੰ ਬਰਦਾਸ਼ਤ ਕਰਨਾ ਔਖਾ ਹੋ ਰਿਹਾ ਹੈ। ਡੰਡੀ। ਦਰਅਸਲ ਜਿਵੇਂ ਜਿਵੇਂ ਦੂਜੀ ਵਰ੍ਹੇਗੰਢ ਨੇੜੇ ਆ ਰਹੀ ਸੀ ਤਾਂ ਕੇਂਦਰ ਸਰਕਾਰ ਅਤੇ ਭਾਜਪਾ ਆਸ ਲਗਾਈ ਬੈਠੀਆਂ ਸਨ ਕਿ ਬੰਗਾਲ ਦੇ ਮੋਰਚੇ ਦੀ ਜਿੱਤ ਇਸ ਦੀਆਂ ਚੁਣਾਵੀ ਜਿੱਤਾਂ ਦੇ ਟੌਪ ਉੱਤੇ ਤੁਰਲੇ ਦਾ ਕੰਮ ਦੇਵੇਗੀ। ਡੰਡੀ। ਪੱਛਮੀ ਬੰਗਾਲ ਵਿੱਚ ਜਿੱਤ ਦੇ ਕਈ ਮਾਇਨੇ ਕੱਢੇ ਜਾਣੇ ਸਨ ਤੇ ਇਹ ਉਸ ਵਿਚਾਰਧਾਰਾ ਦੀ ਹਾਰ ਕਰਾਰ ਦਿੱਤੀ ਜਾਣੀ ਸੀ ਜੋ ਸ਼ੁਰੂ ਤੋਂ ਹੀ RSS ਦੀ ਵਿਰੋਧੀ ਗਿਣੀ ਜਾਂਦੀ ਰਹੀ ਹੈ। ਡੰਡੀ। ਇਸ ਕਰਕੇ ਮੁਲਕ ਭਰ ਵਿੱਚ ਮਹਾਮਾਰੀ ਦੀ ਤਬਾਹੀ ਦੇ ਬਾਵਜੂਦ ਸੀਮਤ ਰੂਪ ਵਿੱਚ ਜਸ਼ਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਪਰ ਮਮਤਾ ਬੈਨਰਜੀ ਨੇ ਮੋਦੀ ਸਰਕਾਰ ਦੀਆਂ ਇਹਨਾਂ ਸਾਰੀਆਂ ਗਿਣਤੀਆਂ ਮਿਣਤੀਆਂ ਮਿੱਟੀ ਵਿੱਚ ਮਿਲਾ ਦਿੱਤੀਆਂ। ਡੰਡੀ। ਸਮੇਂ ਤੋਂ ਪਹਿਲਾਂ ਹੀ ਜਿੱਤ ਦੇ ਜਸ਼ਨ ਮਨਾਉਣ ਦੀ ਸਰਕਾਰ ਦੀ ਪਹੁੰਚ ਮਹਾਮਾਰੀ ਨਾਲ ਸਿੱਝਣ ਦਾ ਪ੍ਰਤੀਕ ਬਣ ਗਈ।
ਡੰਡੀ। ਪਹਿਲੀ ਲਹਿਰ ਮੱਠੀ ਪੈਣ ਤੋਂ ਬਾਅਦ ਉਤਸ਼ਾਹ ਦਾ ਮਾਹੌਲ ਪੈਦਾ ਕਰਨ ਲਈ ਕੇਂਦਰ ਸਰਕਾਰ ਫੀਲ ਗੁੱਡ ਵਾਲੀ ਜਿਹੜੀ ਰਾਜਨੀਤੀ ਘੜ ਰਹੀ ਸੀ, ਉਸ ਵਿੱਚ ਪ੍ਰਵਾਸੀ ਮਜ਼ਦੂਰਾਂ ਦੀ ਘਰ ਵਾਪਸੀ, ਰੁਜ਼ਗਾਰ ਖੁੱਸਣ, ਅਰਥਚਾਰੇ ਖਾਸਕਰ ਨਿਰਮਾਣ, ਉਸਾਰੀ ਤੇ ਸੇਵਾ ਖੇਤਰਾਂ ਨੂੰ ਪਈ ਸੱਟ ਅਤੇ ਸਿਹਤ ਸੰਭਾਲ ਦੇ ਖੇਤਰ ਵਿੱਚ ਉਜਾਗਰ ਹੋਈਆਂ ਕਮੀਆਂ ਦੇ ਕਾਰਕਾਂ ਵੱਲ ਸੋਚਿਆ ਹੀ ਨਹੀਂ ਗਿਆ ਸੀ। ਡੰਡੀ। ਪਹਿਲੇ ਹੱਲੇ ਵੇਲੇ ਹਸਪਤਾਲ, ਸਿਹਤ ਕੇਂਦਰ ਅਤੇ ਦਵਾ ਬਣਾਉਣ ਵਾਲੀਆਂ ਕੰਪਨੀਆਂ ਨੇ ਇਸ ਕਰਕੇ ਮੌਕਾ ਸੰਭਾਲ ਲਿਆ ਸੀ ਕਿਉਂਕਿ ਦੂਜੀ ਲਹਿਰ ਦੇ ਮੁਕਾਬਲੇ ਵਾਇਰਸ ਦੀ ਸ਼ਿੱਦਤ ਘੱਟ ਸੀ। ਡੰਡੀ। ਨਾਲ ਹੀ ਇਹ ਉਮੀਦ ਵੀ ਸੀ ਕਿ ਘਰੋਗੀ ਕੰਪਨੀਆਂ ਦੀ ਮਦਦ ਅਤੇ ਬਾਹਰੋਂ ਟੀਕੇ ਮੰਗਵਾ ਕੇ ਵੱਡੇ ਪੱਧਰ 'ਤੇ ਟੀਕਾਕਰਨ ਪ੍ਰੋਗਰਾਮ ਸ਼ੁਰੂ ਕਰ ਦਿੱਤਾ ਜਾਵੇਗਾ। ਡੰਡੀ। ਸਰਕਾਰ ਦਾ ਉਤਸ਼ਾਹ ਬਿਲਕੁਲ ਕੁੱਥਾ ਵੀ ਨਹੀਂ ਸੀ, ਪਰ ਜੋਸ਼ ਖਰੋਸ਼ ਅਤੇ ਪਹਿਲੇ ਪ੍ਰੋਗਰਾਮਾਂ ਦੀ ਤਰਜ਼ 'ਤੇ ਵਿਆਪਕ ਜਨ ਟੀਕਾਕਰਨ ਮੁਹਿੰਮ ਚਲਾਉਣ ਦੀਆਂ ਠੋਸ ਤਿਆਰੀਆਂ ਵਿਚਕਾਰ ਤਾਲਮੇਲ ਦੇ ਸਬੂਤ ਜ਼ਾਹਰਾ ਤੌਰ 'ਤੇ ਨਜ਼ਰ ਨਹੀਂ ਆ ਰਹੇ ਸਨ। ਡੰਡੀ। ਭਾਰਤ ਬੀਤੇ ਵਿੱਚ ਕਈ ਸਫਲ ਟੀਕਾਕਰਨ ਨੀਤੀਆਂ ਤੇ ਪ੍ਰੋਜੈਕਟ ਤੋੜ ਚੜ੍ਹਾ ਚੁੱਕਿਆ ਸੀ ਅਤੇ ਅਜਿਹਾ ਕੋਈ ਕਾਰਨ ਨਹੀਂ ਸੀ ਬਣਦਾ ਕਿ ਕੋਵਿਡ ਟੀਕਾਕਰਨ ਮੁਹਿੰਮ ਸ਼ੁਰੂ ਨਹੀਂ ਕੀਤੀ ਜਾ ਸਕਦੀ। ਡੰਡੀ। ਪਿਛਲ ਝਾਤ ਪਾਉਂਦਿਆਂ ਨਜ਼ਰ ਆਉਂਦਾ ਹੈ ਕਿ ਇਸ ਪ੍ਰੋਜੈਕਟ ਦੀ ਸ਼ੁਰੂਆਤ ਗਲਤ ਸੀ। ਡੰਡੀ। ਇਸ ਤੋਂ ਗਲਤ ਤਰਜੀਹਾਂ ਦੀ ਝਲਕ ਮਿਲਦੀ ਸੀ। ਡੰਡੀ। ਵੈਕਸੀਨ ਮੈਤਰੀ ਪਿੱਛੇ ਭਾਵੇਂ ਕਿੰਨੀ ਵੀ ਸ਼ੁਭ ਭਾਵਨਾ ਸੀ, ਪਰ ਬਹੁਤ ਸਾਰੇ ਮੁਲਕਾਂ ਨੂੰ ਇਸ ਵਿਸ਼ਵਾਸ ਨਾਲ ਵੈਕਸੀਨ ਭੇਜੀ ਜਾ ਰਹੀ ਸੀ ਕਿ ਭਾਰਤ ਨੂੰ ਵੈਕਸੀਨ ਦੀਆਂ ਬਹੁਤੀਆਂ ਖੁਰਾਕਾਂ ਦੀ ਲੋੜ ਨਹੀਂ ਪੈਣੀ ਕਿਉਂਕਿ ਵਾਇਰਸ ਦਾ ਮੁਹਾਨ ਢੱਕ ਦਿੱਤਾ ਗਿਆ ਹੈ। ਡੰਡੀ। ਇਹ ਕਵੈਦ ਵੈਕਸੀਨ ਮੈਤਰੀ ਜਨਵਰੀ 2021 ਵਿੱਚ ਉਦੋਂ ਵਿੱਢੀ ਗਈ ਜਦੋਂ ਮਾਹਿਰ ਦੂਜੀ ਅਤੇ ਬਹੁਤ ਜ਼ਿਆਦਾ ਘਾਤਕ ਲਹਿਰ ਆਉਣ ਦੀਆਂ ਚੇਤਾਵਨੀਆਂ ਵਾਰ-ਵਾਰ ਦੇ ਰਹੇ ਸਨ। ਡੰਡੀ। ਕਿ ਇਸ ਸਦਭਾਵਨਾ ਮੁਹਿੰਮ ਦਾ ਮਕਸਦ ਆਲਮੀ ਭਾਈਚਾਰੇ ਅੰਦਰ ਪ੍ਰਧਾਨ ਮੰਤਰੀ ਦਾ ਅਕਸ ਵਧਾਉਣਾ ਸੀ। ਪ੍ਰਸ਼ਨ ਚਿੰਨ੍ਹ ਜੇ ਇਹ ਸੀ ਤਾਂ ਕੁਝ ਮਹੀਨਿਆਂ ਵਿੱਚ ਹੀ ਜਦੋਂ ਵਾਇਰਸ ਬੇਕਾਬੂ ਹੋ ਗਿਆ ਤਾਂ ਇਸ ਦਾ ਕਵਾਇਦ ਦਾ ਅਸਰ ਪੁੱਠਾ ਪੈਣਾ ਸ਼ੁਰੂ ਹੋ ਗਿਆ, ਖਾਸ ਕਰ ਉਦੋਂ ਜਦੋਂ ਦਿਹਾਤੀ ਖੇਤਰ ਵਿੱਚ ਦੂਜੀ ਲਹਿਰ ਦੀ ਲਪੇਟ ਵਿੱਚ ਆਉਣ ਲੱਗ ਪਏ ਜੋ ਪਹਿਲੀ ਲਹਿਰ ਵੇਲੇ ਲਗਭਗ ਅਛੂਤੇ ਹੀ ਰਹੇ ਸਨ। ਡੰਡੀ। ਇਸ ਦੇ ਨਾਲ ਹੀ ਵੈਕਸੀਨ ਦੀ ਥੁੜ ਪੈਦਾ ਹੋ ਗਈ। ਡੰਡੀ। ਇਹੀ ਨਹੀਂ, ਸਿਹਤ ਢਾਂਚਾ ਠੁੱਸ ਹੋ ਕੇ ਰਹਿ ਗਿਆ ਅਤੇ ਮੌਤਾਂ ਦੇ ਅੰਕੜੇ ਸਹੀ ਨਜ਼ਰ ਨਹੀਂ ਆ ਰਹੇ ਸਨ ਕਿਉਂਕਿ ਦਿਹਾਤੀ ਖੇਤਰਾਂ ਤੱਕ ਜਾਣਾ ਲਗਭਗ ਅਸੰਭਵ ਸੀ ਅਤੇ ਉੱਥੇ ਜੀਵਨ ਬਚਾਓ ਦਵਾਈਆਂ ਤੇ ਆਕਸੀਜਨ ਦੇ ਪ੍ਰਬੰਧ ਨਾ ਮਾਤਰ ਹਨ। ਡੰਡੀ। ਨਦੀਆਂ ਵਿੱਚ ਤੈਰਦੀਆਂ ਲੋਥਾਂ ਅਤੇ ਕੁੱਤਿਆਂ ਤੇ ਗਿਰਜਾਂ ਵੱਲੋਂ ਲੋਥਾਂ ਨੋਚੇ ਜਾਣ ਦੀਆਂ ਤਸਵੀਰਾਂ ਬਹੁਤ ਲੰਮਾ ਸਮਾਂ ਚੇਤਿਆਂ ਵਿੱਚ ਵਿਰਲਾਪ ਮਚਾਉਂਦੀਆਂ ਰਹਿਣਗੀਆਂ। ਡੰਡੀ। ਇਸ ਸਭ ਕਾਸੇ ਬਾਰੇ ਸਰਕਾਰ ਦੀ ਪਹੁੰਚ ਕੁਝ ਹੀ ਨਜ਼ਰ ਨਹੀਂ ਆ ਰਹੀ ਸੀ ਅਤੇ ਕੁਝ ਲੋਕਾਂ ਨੂੰ ਲਾਚਾਰੀ ਤੇ ਲੋੜੋਂ ਵੱਧ ਕੇਂਦਰੀਕਰਨ ਦਾ ਭੁਲੇਖਾ ਵੀ ਲੱਗ ਰਿਹਾ ਸੀ, ਜਿਸ ਕਰਕੇ ਗੈਰ ਭਾਜਪਾ ਸੂਬਿਆਂ ਤੇ ਉਹਨਾਂ ਦੇ ਮੁੱਖ ਮੰਤਰੀਆਂ ਨੂੰ ਖੁੱਲ੍ਹ ਕੇ ਖੇਡਣ ਦਾ ਮੌਕਾ ਮਿਲ ਰਿਹਾ ਸੀ। RSS ਨਾਲ ਜੁੜੇ ਨੀਮ ਹਕੀਮਾਂ ਵੱਲੋਂ ਆਪਣੇ ਗਿਆਨ ਦਾ ਵਿਖਾਲੂ
ਉਜਾਲਾ ਕੀਤਾ ਜਾ ਰਿਹਾ ਸੀ ਅਤੇ ਅਹਿਮ ਜਾਣਕਾਰੀਆਂ ਸਾਂਝੀਆਂ ਕਰਨ ਵਿੱਚ ਝਿਜਕ ਦਿਖਾਈ ਜਾ ਰਹੀ ਸੀ। ਡੰਡੀ 2019 ਵਿੱਚ ਮਿਲੇ ਜ਼ਬਰਦਸਤ ਫਤਵੇ ਦੇ ਬਲਬੂਤੇ ਸਰਕਾਰ ਨੇ RSS ਦੀ ਕਦੇ ਹੇਠੀ ਨਹੀਂ ਹੋਣ ਦਿੱਤੀ ਸੀ ਅਤੇ ਨਾ ਹੀ ਆਪਣੀਆਂ ਵਿਚਾਰਧਾਰਕ ਪ੍ਰਤੀਬੱਧਤਾਵਾਂ ਨਾਲ ਕੋਈ ਸਮਝੌਤਾ ਕੀਤਾ। ਡੰਡੀ ਸੰਘ ਦੇ ਨਜ਼ਰੀਏ ਤੋਂ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੀ ਚੰਗੀ ਸ਼ੁਰੂਆਤ ਹੋਈ ਸੀ। ਡੰਡੀ ਸਰਕਾਰ ਨੇ ਮੁਸਲਮਾਨਾਂ ਅੰਦਰ 3 ਤਲਾਕ ਦੀ ਪ੍ਰਥਾ ਖਤਮ ਕਰਨ ਲਈ ਬਿੱਲ ਪਾਸ ਕਰਵਾ ਲਿਆ। ਧਾਰਾ 370 ਦਾ ਉਹ ਹਿੱਸਾ ਮਨਸੂਖ ਕਰ ਦਿੱਤਾ ਗਿਆ ਜਿਸ ਵਿੱਚ ਧਾਰਾ 35A ਸ਼ਾਮਲ ਸੀ ਅਤੇ ਜੋ ਪਿਛਲੇ 70 ਸਾਲਾਂ ਤੋਂ ਭਾਰਤ ਨਾਲ ਕਸ਼ਮੀਰ ਦੇ ਜਟਲ ਸਬੰਧਾਂ ਦਾ ਆਧਾਰ ਸੀ। ਨਾਗਰਿਕਤਾ ਕਾਨੂੰਨ ਵਿੱਚ ਸੋਧ ਕਰ ਦਿੱਤੀ ਗਈ ਜਿਸ ਨਾਲ ਪਿਛਲੇ ਪੱਛਮੀ ਬੰਗਾਲ ਅਤੇ ਉੱਤਰ ਪੂਰਬ ਵਿਚਲੇ ਮੁਸਲਿਮ ਸ਼ਰਨਾਰਥੀਆਂ ਦਾ ਵੋਟ ਅਧਿਕਾਰ ਖੋਹ ਲਿਆ ਗਿਆ ਅਤੇ ਬੰਗਲਾਦੇਸ਼ ਅਤੇ ਹੋਰਨਾਂ ਮੁਲਕਾਂ ਤੋਂ ਆਉਣ ਵਾਲੇ ਗੈਰ ਮੁਸਲਿਮ ਸ਼ਰਨਾਰਥੀਆਂ ਨੂੰ ਨਾਗਰਿਕਤਾ ਦੇਣ ਦਾ ਰਾਹ ਖੋਲ੍ਹ ਦਿੱਤਾ ਗਿਆ। ਡੰਡੀ ਨਾਲ ਹੀ ਗੈਰ ਕਾਨੂੰਨੀ ਸਰਗਰਮੀਆਂ ਰੋਕੂ ਕਾਨੂੰਨ UAPA ਨੂੰ ਹੋਰ ਸਖਤ ਬਣਾਉਂਦੇ ਹੋਏ ਸਰਕਾਰ ਨੂੰ ਕਿਸੇ ਸ਼ਖਸ ਨੂੰ ਦਹਿਸ਼ਤ ਪਸੰਦ ਕਰਾਰ ਦੇ ਕੇ ਉਸ ਦੇ ਅਸਾਸੇ ਜ਼ਬਤ ਕਰਨ ਦੇ ਹੱਕ ਦਿੱਤੇ ਗਏ। ਡੰਡੀ UAPA ਵਿੱਚ ਕੀਤੀਆਂ ਗਈਆਂ ਇਹਨਾਂ ਸੋਧਾਂ ਨੂੰ ਅਸਹਿਮਤੀ ਦੀਆਂ ਆਵਾਜ਼ਾਂ ਖਾਮੋਸ਼ ਕਰ ਖਾਸ ਕਰ ਦਿੱਲੀ ਦੇ ਵਿਦਿਅਕ ਅਦਾਰਿਆਂ ਅੰਦਰ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਚੱਲ ਰਹੇ ਰੋਸ ਮੁਜ਼ਾਹਰਿਆਂ ਨੂੰ ਕੁਚਲਣ ਲਈ ਅੰਨ੍ਹੇਵਾਹ ਵਰਤਿਆ ਗਿਆ ਜਿਨ੍ਹਾਂ ਵਿੱਚ ਕਈ ਕਾਰਕੁਨ ਅਜੇ ਵੀ ਜੇਲ੍ਹਾਂ ਵਿੱਚ ਬੰਦ ਹਨ। ਡੰਡੀ ਪਾਰਾ ਭਾਜਪਾ ਦੇ ਮੂਲ ਵਿਚਾਰਧਾਰਾ ਦੀ ਸਿਖਰ ਅਯੋਧਿਆ ਵਿੱਚ ਰਾਮ ਮੰਦਰ ਦੀ ਉਸਾਰੀ ਦਾ ਆਗਾਜ਼ ਅਤੇ ਇਸ ਲਈ ਸੁਪਰੀਮ ਕੋਰਟ ਵੱਲੋਂ ਹਰੀ ਝੰਡੀ ਦੇਣਾ ਸੀ। ਡੰਡੀ ਮੋਦੀ ਸਰਕਾਰ ਨੇ ਮੰਦਰ ਦੇ ਉਸਾਰੀ ਕਾਰਜਾਂ ਦੀ ਨਿਗਰਾਨੀ ਲਈ ਝਟਪਟ ਟਰੱਸਟ ਕਾਇਮ ਕਰ ਦਿੱਤਾ ਜਿਸ ਨੇ ਰਾਮ ਮੰਦਰ ਲਹਿਰ ਨੂੰ 1984 ਤੱਕ ਮਹਿਦੂਦ ਕਰ ਦਿੱਤਾ। ਡੰਡੀ ਪਾਰਾ ਮੋਦੀ ਸਰਕਾਰ ਨੂੰ ਦਰਪੇਸ਼ ਇੱਕ ਹੋਰ ਵੱਡੀ ਅਤੇ ਅਣਕਿਆਸੀ ਸਿਆਸੀ ਚੁਣੌਤੀ 3 ਖੇਤੀਬਾੜੀ ਕਾਨੂੰਨਾਂ ਖਿਲਾਫ ਕਿਸਾਨ ਅੰਦੋਲਨ ਦੇ ਰੂਪ ਵਿੱਚ ਸਾਹਮਣੇ ਆਈ ਜਿਸ ਦੀ ਸ਼ੁਰੂਆਤ ਪਹਿਲਾਂ ਪੰਜਾਬ ਅਤੇ ਫਿਰ ਹਰਿਆਣਾ ਦੇ ਕਿਸਾਨਾਂ ਨੇ ਕੀਤੀ ਸੀ। ਡੰਡੀ ਸਰਕਾਰ ਇਹਨਾਂ ਕਾਨੂੰਨਾਂ ਨੂੰ ਖੇਤੀਬਾੜੀ ਵਿੱਚ ਸੁਧਾਰਾਂ ਦੇ ਪੈਕੇਜ ਦੇ ਰੂਪ ਵਿੱਚ ਲੈ ਕੇ ਆਈ ਸੀ। ਡੰਡੀ ਫਿਰ ਇਹ ਅੰਦੋਲਨ ਉੱਤਰ ਪ੍ਰਦੇਸ਼ ਦੇ ਕਈ ਖੇਤਰਾਂ ਤੱਕ ਫੈਲ ਗਿਆ ਅਤੇ ਇਸਨੇ ਸੂਬੇ ਵਿੱਚ ਬੇਜਾਨ ਪਈ ਵਿਰੋਧੀ ਧਿਰ ਵਿੱਚ ਜਾਨ ਪਾ ਦਿੱਤੀ। ਡੰਡੀ ਹਾਲਾਂਕਿ ਕਿਸਾਨਾਂ ਵੱਲੋਂ ਪਿਛਾਂਹ ਹਟਣ ਦੇ ਕੋਈ ਸੰਕੇਤ ਨਹੀਂ ਮਿਲ ਰਹੇ ਪਰ ਕੇਂਦਰ ਸਰਕਾਰ ਵੀ ਆਪਣੇ ਸਟੈਂਡ ਵਿੱਚ ਕੋਈ ਸੋਧ ਨਾ ਕਰਨ ਲਈ ਦ੍ਰਿੜ ਨਜ਼ਰ ਆ ਰਹੀ ਹੈ। ਡੰਡੀ ਅਗਲੇ ਸਾਲ ਫਰਵਰੀ ਮਾਰਚ ਮਹੀਨੇ ਉੱਤਰ ਪ੍ਰਦੇਸ਼ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਹਨ ਜੋ ਇਸ ਗੱਲ ਦੀ ਵੱਡੀ ਅਜ਼ਮਾਇਸ਼ ਹੋਣਗੀਆਂ ਕਿ ਲੋਕ ਮੋਦੀ ਸਰਕਾਰ ਨੂੰ ਕਿਵੇਂ ਵੇਖਦੇ ਹਨ ਕਿਉਂਕਿ ਭਾਜਪਾ ਇਸ ਚੋਣ ਪ੍ਰਚਾਰ ਵਿੱਚ ਯੋਗੀ ਆਦਿੱਤਿਆਨਾਥ ਦੀ ਥਾਂ ਪ੍ਰਧਾਨ ਮੰਤਰੀ ਮੋਦੀ ਨੂੰ ਵਧੇਰੇ ਉਭਾਰਨਾ ਚਾਹੇਗੀ। ਡੰਡੀ ਭਾਜਪਾ ਲਈ ਇੱਕੋ ਇੱਕ ਧਰਵਾਸ ਦੀ ਗੱਲ ਇਹ ਹੈ ਕਿ ਵਿਰੋਧੀ ਧਿਰ ਖਿੰਡੀ ਹੋਈ ਹੈ ਅਤੇ ਆਮ ਤੌਰ 'ਤੇ ਬਹੁਤੀ ਸਰਗਰਮੀ ਵੀ ਨਹੀਂ ਦਿਖਾ ਰਹੀ। ਡੰਡੀ ਸਟਾਰਟ ਫੈਡਰਲਿਜ਼ਮ
देश दे संविधान दे बुनियादी बनतक बेसिक स्ट्रक्चर दा अहम हिस्सा है, जिस तहत केंद्र ਅਤੇ सूबियां विचकार रिश्ते निर्धारित ਹੁੰਦੇ ਹਨ। ਡੰਡੀ 2014 ਵਿੱਚ प्रधान मंत्री नरेंद्र मोदी ने सहयोगी ਫੈਡਰਲਿਜ਼ਮ ਦੀ ਨੀਤੀ ਅਪਣਾਉਣ ਬਾਰੇ ਗੱਲ ਕੀਤੀ ਸੀ, ਪਰ ਪਿਛਲੇ 7 ਵਰ੍ਹਿਆਂ ਦਾ ਤਜਰਬਾ ਦੱਸਦਾ ਹੈ ਕਿ ਕੇਂਦਰ ਅਤੇ ਸੂਬਿਆਂ ਦਰਮਿਆਨ ਫਾਸਲਾ ਵਧਿਆ ਹੈ। ਤਾਕਤਾਂ ਕੇਂਦਰ ਸਰਕਾਰ ਦੇ ਹੱਥਾਂ ਵਿੱਚ ਹੋਰ ਕੇਂਦਰਿਤ ਹੋਈਆਂ ਹਨ। ਡੰਡੀ GST ਅਤੇ ਹੋਰ ਟੈਕਸਾਂ ਦੇ ਕੇਂਦਰ ਕੋਲ ਹੋਣ ਕਾਰਨ ਵਿੱਤੀ ਸ਼ਕਤੀਆਂ ਦਾ ਤਵਾਜ਼ਨ ਕੇਂਦਰ ਦੇ ਹੱਕ ਵਿੱਚ ਹੈ। ਡੰਡੀ ਭਾਰਤੀ ਜਨਤਾ ਪਾਰਟੀ ਪੱਛਮੀ ਬੰਗਾਲ ਵਿੱਚ ਹੋਈ ਆਪਣੀ ਹਾਰ ਨੂੰ ਸਵੀਕਾਰ ਕਰਨ ਦੀ ਮਾਨਸਿਕ ਸਥਿਤੀ ਵਿੱਚ ਨਹੀਂ ਅਤੇ ਇਸ ਮਾਨਸਿਕਤਾ ਦਾ ਅਸਰ ਕੇਂਦਰ ਸਰਕਾਰ 'ਤੇ ਵੀ ਦਿਖਾਈ ਦਿੰਦਾ ਹੈ। ਡੰਡੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਤੇਵਰ ਵੀ ਟਕਰਾਓ ਵਾਲੇ ਹਨ। ਡੰਡੀ ਸ਼ੁੱਕਰਵਾਰ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਦੀ ਕੋਲਕਾਤਾ ਵਿੱਚ ਯਾਸ਼ ਚੱਕਰਵਾਤ ਬਾਰੇ ਕੀਤੀ ਪ੍ਰਸ਼ਾਸਕੀ ਮੀਟਿੰਗ ਵਿੱਚ ਹਿੱਸਾ ਨਹੀਂ ਲਿਆ। ਡੰਡੀ ਮਮਤਾ ਨੇ ਪ੍ਰਧਾਨ ਮੰਤਰੀ ਨਾਲ ਇਕੱਲਿਆਂ ਮੀਟਿੰਗ ਕਰਕੇ ਆਪਣੀਆਂ ਮੰਗਾਂ ਪੇਸ਼ ਕੀਤੀਆਂ। ਡੰਡੀ ਇਸ ਤੋਂ ਬਾਅਦ ਕੇਂਦਰੀ ਮੰਤਰੀਆਂ ਅਤੇ ਭਾਜਪਾ ਆਗੂਆਂ ਨੇ ਮਮਤਾ ਬੈਨਰਜੀ 'ਤੇ ਲਗਾਤਾਰ ਹਮਲੇ ਕੀਤੇ ਹਨ। ਡੰਡੀ ਮਮਤਾ ਦੀ ਮੀਟਿੰਗ ਵਿੱਚ ਹਿੱਸਾ ਨਾ ਲੈਣ ਦਾ ਕਾਰਨ ਪ੍ਰਧਾਨ ਮੰਤਰੀ ਵੱਲੋਂ ਉਸ ਮੀਟਿੰਗ ਵਿੱਚ ਵਿਰੋਧੀ ਧਿਰ ਭਾਵ ਭਾਜਪਾ ਦੇ ਵਿਧਾਨ ਸਭਾ ਵਿੱਚ ਆਗੂ ਸ਼ਿਵੇਂਦੂ ਅਧਿਕਾਰੀ ਨੂੰ ਦਿੱਤਾ ਸੱਦਾ ਸੀ, ਜਿਹੜਾ ਕੁਝ ਮਹੀਨੇ ਪਹਿਲਾਂ ਤ੍ਰਿਣਮੂਲ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋਇਆ। ਡੰਡੀ ਮਮਤਾ ਨੇ ਨੰਦੀਗ੍ਰਾਮ ਤੋਂ ਉਸ ਵਿਰੁੱਧ ਚੋਣ ਵੀ ਲੜੀ। ਡੰਡੀ ਤ੍ਰਿਣਮੂਲ ਕਾਂਗਰਸ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨੇ ਉੜੀਸਾ ਅਤੇ ਗੁਜਰਾਤ ਵਿੱਚ ਕੀਤੀਆਂ ਅਜਿਹੀਆਂ ਮੀਟਿੰਗਾਂ ਵਿੱਚ ਵਿਰੋਧੀ ਧਿਰ ਦੇ ਆਗੂ ਨੂੰ ਨਹੀਂ ਸੀ ਸੱਦਿਆ ਗਿਆ। ਡੰਡੀ ਤ੍ਰਿਣਮੂਲ ਕਾਂਗਰਸ ਅਨੁਸਾਰ ਸ਼ਿਵੇਂਦੂ ਨੂੰ ਮੀਟਿੰਗ ਵਿੱਚ ਸੱਦਣਾ ਮੁੱਖ ਮੰਤਰੀ ਦੀ ਤੋਹੀਨ ਕਰਨ ਦੇ ਬਰਾਬਰ ਹੈ। ਡੰਡੀ ਇਸ ਦੇ ਨਾਲ ਹੀ ਕੇਂਦਰ ਸਰਕਾਰ ਨੇ ਪੱਛਮੀ ਬੰਗਾਲ ਸਰਕਾਰ ਨੂੰ ਪੁੱਛਿਆ ਬਗੈਰ ਸੂਬੇ ਦੇ ਮੁੱਖ ਸਕੱਤਰ ਚੀਫ ਸੈਕਟਰੀ ਅਲਪਨ ਬੰਦੋਪਾਧਿਆ ਨੂੰ ਕੇਂਦਰ ਵਿੱਚ ਬੁਲਾਉਣ ਅਤੇ 31 ਮਈ ਤੱਕ ਦਿੱਲੀ ਰਿਪੋਰਟ ਕਰਨ ਦੇ ਨਿਰਦੇਸ਼ ਦਿੱਤੇ ਹਨ। ਡੰਡੀ ਪੈਰਾ ਕੁਝ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਮਮਤਾ ਨੂੰ ਪ੍ਰਧਾਨ ਮੰਤਰੀ ਦੀ ਮੀਟਿੰਗ ਵਿੱਚ ਹਿੱਸਾ ਲੈਣਾ ਚਾਹੀਦਾ ਸੀ ਅਤੇ ਉਸ ਵਿੱਚ ਸ਼ਿਵੇਂਦੂ ਦੇ ਉੱਥੇ ਹੋਣ ਦਾ ਵਿਰੋਧ ਕਰਨਾ ਚਾਹੀਦਾ ਸੀ। ਡੰਡੀ ਕੁਝ ਹੋਰ ਮਾਹਿਰਾਂ ਅਨੁਸਾਰ ਕੇਂਦਰ ਸਰਕਾਰ ਦੇ ਸ਼ਿਵੇਂਦੂ ਨੂੰ ਮੀਟਿੰਗ ਵਿੱਚ ਬੁਲਾ ਕੇ ਜਾਣ ਬੁੱਝ ਕੇ ਮਮਤਾ ਨੂੰ ਉਕਸਾਇਆ। ਡੰਡੀ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਵਿਚਕਾਰ ਹੁੰਦੀਆਂ ਮੀਟਿੰਗਾਂ ਦੀ ਮਰਿਆਦਾ ਦਾ ਪਾਲਣਾ ਕਰਨਾ ਚਾਹੀਦਾ ਸੀ। ਵਿਰੋਧੀ ਧਿਰ ਦੇ ਆਗੂ ਅਤੇ ਆਪਣੀ ਪਾਰਟੀ ਦੇ ਕਾਰਕੁਨਾਂ ਨਾਲ ਵੱਖਰੀ ਮੀਟਿੰਗ ਕੀਤੀ ਜਾ ਸਕਦੀ ਸੀ। ਡੰਡੀ ਇਹੋ ਜਿਹੇ ਮਸਲੇ ਅਕਸਰ ਪ੍ਰਧਾਨ ਮੰਤਰੀ ਦੇ ਦਫ਼ਤਰ ਦੇ ਅਹਿਲਕਾਰ ਅਗਾਊਂ ਹੀ ਨਿਬੇੜ ਲੈਂਦੇ ਹਨ ਅਤੇ ਆਮ ਕਰਕੇ ਅਧਿਕਾਰੀ ਇਸ ਗੱਲ ਦਾ ਧਿਆਨ ਰੱਖਦੇ ਹਨ ਕਿ ਟਕਰਾਓ ਵਾਲੀ ਸਥਿਤੀ ਨਾ ਆਵੇ। ਡੰਡੀ ਇਹ ਘਟਨਾ ਆਪਸੀ ਤਾਲਮੇਲ ਦੀ ਕਮੀ ਅਤੇ ਬੇਭਰੋਸਗੀ ਵਿੱਚ ਵਾਧੇ ਦੇ ਨਾਲ ਇਸ ਗੱਲ ਦਾ ਵੀ ਸੰਕੇਤ ਦਿੰਦੀ ਹੈ
कि ਫੈਡਰਲਿਜ਼ਮ ਦੇ ਇਸ ਵੇਲੇ ਦੇ ਨਕਸ਼ ਸਹਿਯੋਗ ਵਧਾਉਣ ਵਾਲੇ ਨਹੀਂ ਸਗੋਂ ਆਪਸੀ ਪਾੜਾ ਵਧਾਉਣ ਵਾਲੇ ਹਨ। ਡੰਡੀ ਕੇਂਦਰ ਸਰਕਾਰ ਨੂੰ ਅਜਿਹੀਆਂ ਸਥਿਤੀਆਂ ਤੋਂ ਬਚਣ ਦੀ ਜ਼ਰੂਰਤ ਹੈ। ਡੰਡੀ ਪੁਰਾਣੇ ਸਮੇਂ ਵਿੱਚ ਸੱਸ ਸਹੁਰੇ ਦੀ ਸੇਵਾ ਕਰਨਾ ਨੂੰਹ ਦਾ ਫਰਜ਼ ਸਮਝਿਆ ਜਾਂਦਾ ਸੀ। ਡੰਡੀ ਕਈ ਪੁਰਾਣੇ ਲੋਕ ਇਹੋ ਜਿਹੇ ਵਿਚਾਰਾਂ ਨੂੰ ਅਜਿਹੀਆਂ ਹਾਲਤਾਂ ਵਿੱਚ ਵੀ ਨਹੀਂ ਬਦਲਦੇ ਜਦੋਂ ਕਿ ਔਰਤ ਘਰੋਂ ਬਾਹਰ ਨੌਕਰੀ ਕਰਦੀ ਹੋਵੇ। ਡੰਡੀ ਇਸ ਤਰ੍ਹਾਂ ਵੀ ਘਰ ਵਿੱਚ ਵਧੇਰੇ ਤਣਾਅ ਹੁੰਦਾ ਹੈ। ਡੰਡੀ ਜੇ ਇਸਤਰੀ ਬਾਹਰ ਕੰਮ ਕਰਦੀ ਹੋਵੇ ਤਾਂ ਉਸ ਦੇ ਕੰਮਾਂ ਵਿੱਚ ਮਦਦ ਕਰਨਾ ਹੋਰ ਸਾਰੇ ਮੈਂਬਰਾਂ ਦਾ ਫਰਜ਼ ਬਣਦਾ ਹੈ। ਡੰਡੀ ਘਰ ਤੋਂ ਬਾਹਰ ਕੰਮ ਕਰਨ ਨਾਲ ਇਸਤਰੀ ਦਾ ਕੰਮ ਵੱਧ ਗਿਆ ਹੈ। ਡੰਡੀ ਉਸ ਨੂੰ ਨੌਕਰੀ ਕਰਨ ਤੋਂ ਬਿਨਾਂ ਘਰ ਦਾ ਵੀ ਸਾਰਾ ਕੰਮ ਕਰਨਾ ਪੈਂਦਾ ਹੈ। ਡੰਡੀ ਇਸ ਰੁਝੇਵੇਂ ਕਾਰਨ ਉਹ ਆਪਣੇ ਪਤੀ ਤੇ ਬੱਚਿਆਂ ਦੀ ਪੂਰੀ ਤੇ ਉਚਿਤ ਦੇਖਭਾਲ ਨਹੀਂ ਕਰ ਸਕਦੀ। ਡੰਡੀ ਇਸ ਨਾਲ ਬੱਚਿਆਂ ਦੇ ਵਿਅਕਤੀਤਵ ਅਤੇ ਵਿਕਾਸ 'ਤੇ ਅਸਰ ਪੈਂਦਾ ਹੈ। ਡੰਡੀ ਵਧੇਰੇ ਕੰਮ ਕਰਕੇ ਔਰਤ ਦੇ ਮਨ ਵਿੱਚ ਵੀ ਤਣਾਅ ਹੋ ਜਾਂਦਾ ਹੈ। ਡੰਡੀ ਇਸ ਨਾਲ ਝਗੜੇ ਵੱਧਦੇ ਹਨ। ਡੰਡੀ ਪਤੀ ਦਾ ਫਰਜ਼ ਹੈ ਕਿ ਉਹ ਆਪਣੀ ਪਤਨੀ ਦੇ ਘਰ ਦੇ ਸਾਰੇ ਕੰਮਾਂ ਵਿੱਚ ਮਦਦ ਕਰੇ। ਡੰਡੀ ਬੱਚਿਆਂ ਨੂੰ ਵੀ ਇਸ ਕੰਮ ਵਿੱਚ ਮਦਦ ਕਰਨੀ ਚਾਹੀਦੀ ਹੈ। ਡੰਡੀ ਕੰਮ ਇਸ ਤਰੀਕੇ ਨਾਲ ਵੰਡਣਾ ਚਾਹੀਦਾ ਹੈ ਕਿ ਕਿਸੇ ਇੱਕ ਨੂੰ ਬਹੁਤ ਜ਼ਿਆਦਾ ਕੰਮ ਨਾ ਕਰਨਾ ਪਵੇ। ਡੰਡੀ ਇਸ ਦੇ ਨਾਲ ਨਾਲ ਘਰ ਵਿੱਚ ਇਸਤਰੀ ਪੁਰਸ਼ ਲਈ ਇਹ ਸਮਝਣਾ ਵੀ ਜ਼ਰੂਰੀ ਹੈ ਕਿ ਜੇ ਉਹ ਆਪਣੇ ਬਜ਼ੁਰਗਾਂ ਨੂੰ ਉਚਿਤ ਸਤਿਕਾਰ ਦੇਣਗੇ ਤਾਂ ਬਜ਼ੁਰਗ ਵੀ ਉਹਨਾਂ ਨਾਲ ਖੁਸ਼ ਰਹਿਣਗੇ। ਡੰਡੀ ਘਰੋਂ ਬਾਹਰ ਕੰਮ ਕਰਦੀਆਂ ਔਰਤਾਂ ਆਪਣੇ ਸਹੁਰਿਆਂ ਨੂੰ ਕੋਲ ਰੱਖਣ ਦੀ ਜ਼ਰੂਰਤ ਸਮਝਦੀਆਂ ਹਨ। ਡੰਡੀ ਜੇ ਪਤੀ ਪਤਨੀ ਆਪਣੇ ਰੁਝੇਵਿਆਂ ਵਿੱਚੋਂ ਥੋੜ੍ਹਾ ਜਿਹਾ ਸਮਾਂ ਕੱਢ ਕੇ ਬਜ਼ੁਰਗਾਂ ਨਾਲ ਬਿਤਾਉਣ ਅਤੇ ਉਹਨਾਂ ਨੂੰ ਛੋਟੇ ਛੋਟੇ ਤੋਹਫੇ ਦਿੰਦੇ ਰਹਿਣ ਤਾਂ ਘਰ ਦਾ ਵਾਤਾਵਰਨ ਚੰਗਾ ਬਣ ਸਕਦਾ ਹੈ। ਡੰਡੀ ਅੱਜ ਕੱਲ੍ਹ ਦੇ ਪੜ੍ਹੇ ਲਿਖੇ ਇਸਤਰੀ ਅਤੇ ਪੁਰਸ਼ ਆਪਣੇ ਨਿਰਣੇ ਆਪ ਲੈਣਾ ਚਾਹੁੰਦੇ ਹਨ। ਡੰਡੀ ਪਰ ਉਹਨਾਂ ਨੂੰ ਵੱਡਿਆਂ ਦੀ ਵੀ ਸਲਾਹ ਲੈਣੀ ਚਾਹੀਦੀ ਹੈ। ਡੰਡੀ ਦੂਜੇ ਪਾਸੇ ਬਜ਼ੁਰਗ ਭਾਵੇਂ ਆਪਣੇ ਤਜਰਬੇ ਕਾਰਨ ਚੰਗੀ ਸਲਾਹ ਦੇ ਸਕਦੇ ਹਨ ਪਰ ਫਿਰ ਵੀ ਉਹਨਾਂ ਨੂੰ ਆਪਣੇ ਬੱਚਿਆਂ ਦੀ ਜ਼ਿੰਦਗੀ ਵਿੱਚ ਬਹੁਤਾ ਦਖਲ ਨਹੀਂ ਦੇਣਾ ਚਾਹੀਦਾ। ਡੰਡੀ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਪਰਿਵਾਰ ਦਾ ਆਰਥਿਕ ਜੀਵਨ ਸਤਰ ਉੱਚਾ ਕਰਨ ਲਈ ਇਹ ਜ਼ਰੂਰੀ ਹੈ ਕਿ ਪਰਿਵਾਰ ਛੋਟਾ ਹੋਵੇ ਅਤੇ ਜੇ ਇਸਤਰੀ ਪੁਰਸ਼ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਚੰਗੇ ਵਿਕਾਸ ਦੇ ਮੌਕੇ ਦੇਣਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਆਪਣਾ ਪਰਿਵਾਰ ਨਿਯੋਜਿਤ ਕਰਨਾ ਚਾਹੀਦਾ ਹੈ। ਡੰਡੀ ਬੱਚਿਆਂ ਨੂੰ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਘਰੋਂ ਬਾਹਰ ਜਾਣਾ ਪੈਂਦਾ ਹੈ। ਡੰਡੀ ਘਰੋਂ ਬਾਹਰ ਉਹ ਅਜਿਹੇ ਮੁੱਲਾਂ ਵਤੀਰਿਆਂ ਅਤੇ ਸੋਚਾਂ ਦੇ ਸੰਪਰਕ ਵਿੱਚ ਆਉਂਦੇ ਹਨ ਜੋ ਉਹਨਾਂ ਦੇ ਮਾਂ ਬਾਪ ਪ੍ਰਵਾਨ ਨਹੀਂ ਕਰ ਸਕਦੇ। ਡੰਡੀ ਇਹਨਾਂ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਕਈ ਵਾਰ ਕਿਸ਼ੋਰ ਮੁੰਡੇ ਅਤੇ ਕੁੜੀਆਂ ਗਲਤ ਰਾਹਾਂ 'ਤੇ ਚੱਲਣ ਲੱਗ ਪੈਂਦੇ ਹਨ। ਡੰਡੀ ਇਸ ਲਈ ਇਹ ਜ਼ਰੂਰੀ ਹੈ ਕਿ ਮਾਂ ਬਾਪ ਆਪਣੇ ਬੱਚਿਆਂ ਨੂੰ ਇਹੋ ਜਿਹੀ ਸਿੱਖਿਆ ਦੇਣ ਜਿਸ ਨਾਲ ਬੱਚੇ ਆਪਣੇ ਵਤੀਰੇ ਨੂੰ ਸੋਚ ਸਮਝ ਕੇ ਬਦਲਣ। ਡੰਡੀ ਵੱਧਦੀ ਵਿੱਦਿਆ ਦੇ ਕਾਰਨ ਅੱਜ ਕੱਲ੍ਹ ਨੌਕਰੀਆਂ ਅਤੇ ਕਾਲਜਾਂ ਵਿੱਚ ਦਾਖਲੇ ਲਈ
बहुत मुकाबला वध गया है। डंडी माँ बाप का फर्ज है कि वो अपने बच्चों की इस गल विच मदद करन कि वो किस काम लई ठीक रहणगे। डंडी इस तरह करन नाल भी परिवारक संबंधां विच कुछ खिचोतान घटदी है। डंडी सुप्रीम कोर्ट ने देश के जिला अधिकारियों नूं निर्देश दिते हैं कि उन्हां बच्चियां जिहड़े कोविड-19 की महामारी कारण यतीम हो गए होण जां जिन्हां दा ख्याल ना रखिया जा रहा होवे बारे जानकारी हासिल करन। डंडी सुप्रीम कोर्ट ने केंद्र अते सूबा सरकार नूं संबोधित हुंदे होए कहा दिन गुजर रहे हैं अते बच्चों नूं भोजन नहीं मिल रहा। असीं आस करते हाँ कि तुसीं गलियां विच रुल रहे बच्चों दे दुख नूं समझोगे। डंडी ये आदेश अदालत दे मित्र एडवोकेट गौरव अग्रवाल की अदालत नूं कीती दरखास्त दौरान दिते गए जिहड़ी द हिंदू अखबार विच छपी रिपोर्ट ते आधारित सी। डंडी जस्टिस एल नागेश्वर राव अते जस्टिस अनिरुद्ध बोस ने जिला अधिकारियों नूं प्रभावित बच्चों बारे जानकारी बच्चों के हकों की सुरक्षा बारे कौमी कमीशन दी पोर्टल बाल स्वराज ते मुहैया अपलोड करवाउण लई कहा। डंडी अदालत ने केंद्र अते सूबा सरकारां नूं इन्हां बच्चों की सांभ संभाल लई चुके कदमां बारे दस्सण दी हदायत भी कीती। डंडी इस तो बाद प्रधानमंत्री ने ऐलान किया कि कोविड-19 कारण यतीम होए बच्चों का PM केयरज फॉर चिल्ड्रन स्कीम तहत ध्यान रखिया जावेगा अते उन्हां नूं हर महीने वजीफा दिता जावे। जद वो 23 सालां दे हो जाणगे तां 10 लाख रुपए दिते जाणगे। डंडी पैरा केरल महाराष्ट्र मध्य प्रदेश दिल्ली छत्तीसगढ़ उड़ीसा उत्तराखंड उत्तर प्रदेश आंध्र प्रदेश करनाटक अते कई होर सूबियां ने कोविड-19 तो प्रभावित होए बच्चों की सहायता करन लई स्कीमां बनाईयां हन। डंडी इन्हां स्कीमां तहत इन्हां बच्चों की सांभ संभाल अते पढ़ाउण दीआं सहूलतां उपलब्ध कराईयां जाणगियां। डंडी कई समाज सेवी संस्थावां भी इस खेतर विच काम कर रहीआं हन। डंडी कई लोग इन्हां बच्चों नूं गोद लैण दे यतन कर रहे हन। डंडी ये प्रक्रिया सरकारी अधिकारियों राही होनी चाहिए है। डंडी केंद्र सरकार अनुसार कोविड-19 की दूजी लहर दौरान 1 अप्रैल 2021 तो लैके 25 मई 2021 तक 577 बच्चे यतीम होए हन। डंडी सरकार अनुसार ये सरकारी अधिकारियों की देख रेख विच हन अते केंद्र सरकार ने हर जिले नूं वस्तलिया इंटरग्रेटेड चाइल्ड प्रोटैक्शन स्कीम तहत ग्रांट दी है। डंडी सरकार ने लोगों को यतीम बच्चों बारे 1098 दी हैल्पलाइन ते जानकारी देण लई कहा है। डंडी सुप्रीम कोर्ट दे दिशा निर्देशों विच ये भावना निहित है कि देश विच यतीम होए बच्चों की संख्या ज़्यादा हो सकती है। डंडी
कोविड-19 ਬੱਚਿਆਂ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ। ਡੰਡੀ। ਵਿਸ਼ਵ ਸਿਹਤ ਸੰਸਥਾ WHO ਅਨੁਸਾਰ ਕੋਰੋਨਾ ਵਾਇਰਸ ਭਾਰਤ, ਬ੍ਰਾਜ਼ੀਲ ਅਤੇ ਇੰਡੋਨੇਸ਼ੀਆ ਵਿੱਚ ਬੱਚਿਆਂ ਨੂੰ ਵੱਡੀ ਗਿਣਤੀ ਵਿੱਚ ਪ੍ਰਭਾਵਿਤ ਕਰ ਰਿਹਾ ਹੈ। ਡੰਡੀ। ਬ੍ਰਾਜ਼ੀਲ ਦੀ ਬਿਮਾਰੀਆਂ ਦੇ ਫੈਲਾਅ ਬਾਰੇ ਡਾਕਟਰ ਫਾਤਮਾ ਮਰੀਨੋ ਅਨੁਸਾਰ ਗਰੀਬ ਪਰਿਵਾਰਾਂ ਦੇ ਬੱਚੇ ਜ਼ਿਆਦਾ ਪ੍ਰਭਾਵਿਤ ਹੋਏ ਹਨ। ਡੰਡੀ। ਅਸੀਂ ਆਪਣੇ ਦੇਸ਼ ਵਿੱਚ ਬੱਚਿਆਂ ਨੂੰ ਵੈਕਸੀਨ ਦੇਣ ਵਾਲੇ ਪੜਾਅ 'ਤੇ ਪਹੁੰਚਣ ਤੋਂ ਬਹੁਤ ਦੂਰ ਹਾਂ। ਡੰਡੀ। ਸਾਡੇ ਦੇਸ਼ ਵਿੱਚ ਅਜੇ ਸਿਰਫ 21 ਕਰੋੜ ਲੋਕਾਂ ਨੂੰ ਵੈਕਸੀਨ ਲੱਗੀ ਹੈ। ਬਹੁਤਿਆਂ ਨੂੰ ਸਿਰਫ ਇੱਕ ਵਾਰ, ਜੋ ਸਾਡੀ ਵਸੋਂ ਦਾ ਲਗਭਗ 6.5% ਹੈ। ਡੰਡੀ। ਸਰਕਾਰਾਂ ਨੂੰ ਇਸ ਬਾਰੇ ਹੋਰ ਵਿਉਂਤਬੰਦੀ ਕਰਕੇ ਕਦਮ ਚੁੱਕਣੇ ਚਾਹੀਦੇ ਹਨ, ਖਾਸ ਕਰ ਕੇਂਦਰ ਸਰਕਾਰ ਨੂੰ। ਡੰਡੀ। ਪ੍ਰਧਾਨ ਮੰਤਰੀ ਨੇ ਇਨ੍ਹਾਂ ਬੱਚਿਆਂ ਦੇ 23 ਸਾਲ ਦੇ ਹੋਣ 'ਤੇ 10 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਭਵਿੱਖ ਨਾਲੋਂ ਜ਼ਿਆਦਾ ਜ਼ੋਰ ਵਰਤਮਾਨ 'ਤੇ ਦੇਣ ਦੀ ਜ਼ਰੂਰਤ ਹੈ। ਡੰਡੀ। ਉਹਨਾਂ ਦੀ ਪੜ੍ਹਾਈ, ਖਾਣੇ, ਨਿਵਾਸ ਤੇ ਦੇਖ ਰੇਖ ਲਈ ਉੱਚ ਦਰਜੇ ਦੀ ਵਿਉਂਤਬੰਦੀ ਲੋੜੀਂਦੀ ਹੈ। ਡੰਡੀ।